ਅੱਜ ਅਸੀਂ ਹਲਕਾ ਭਲੱਥ ਦੇ ਜੋ ਪਿੰਡ ਵੇਗੋਵਾਲ ਪਹੁੰਚੇ ਹਾਂ ਜੀ, ਜਿੱਥੇ ਬੀਬੀ ਜਗੀਰ ਕੌਰ ਹੋਰੀ ਅੱਜ ਆਪਣੇ ਪੇਪਰ ਨੋਮੀਨੇਸ਼ਨ ਦੇ ਫਾਲ ਕਰਨ ਜਾ ਰਿਹਾ। ਜੋ ਬਾਬਾ ਪ੍ਰੇਮ ਸਿੰਘ ਜੀ ਮੁਰਾਰੇ ਵਾਲਿਆਂ ਦਾ ਇਹ ਅਸਥਾਨ ਹੈ, ਉੱਥੇ ਅੱਜ ਅਸੀਂ ਪਹੁੰਚੇ ਹਾਂ ਵਿਸ਼ੇਸ਼ ਤੌਰ ਤੇ, ਔਰ ਕੁਝ ਕੁ ਪਲਾਂ ਨਾਲ ਉਹਨਾਂ ਨਾਲ ਬੜੀ ਅਹਿਮ ਗੱਲਬਾਤ ਲੈ ਕੇ ਹਾਜ਼ਰ ਰਹਾਂਗੇ, ਕਿਉਂਕਿ ਬੜੀ ਹਾਈ ਪ੍ਰੋਫਾਈਲ ਸੀਟ ਹੈ ਇਸ ਵਾਰ। ਤੁਹਾਨੂੰ ਪਤਾ ਹੈ ਕਿ ਇਸ ਵਾਰ ਜਿਹੜਾ ਹੈ ਭਲੱਥ ਹੈ, ਇੱਥੇ ਬਹੁਤ ਗਹਿ ਗੱਚ ਮੁਕਾਬਲਾ ਹੈ ਔਰ ਤਿੰਨ ਤਰ੍ਹਾਂ ਮੁਕਾਬਲਾ ਵੀ ਕਈ ਲੋਕ ਕਹਿੰਦੇ ਨੇ, ਪਰ ਮੈਂ ਇਸ ਨੂੰ ਸਿੱਧੇ ਤੌਰ ਤੇ ਬੀਬੀ ਜਗੀਰ ਕੌਰ ਅਕਾਲੀ ਦਲ ਦੇ ਜੋ ਕੈਂਡੀਡੇਟ ਨੇ ਤੇ ਸੁਖਪਾਲ ਸਿੰਘ ਖਹਿਰਾ ਜੀ ਦੇ ਦਰਮਿਆਨ ਜੋ ਕਾਂਗਰਸ ਦੇ ਕੈਂਡੀਡੇਟ ਨੇ ਇਹ ਮੁਕਾਬਲਾ ਮੰਨਦਾ। ਉਹਨਾਂ ਵੱਲੋਂ ਬੜੇ ਗੱਜਵੇਂ ਤਰੀਕੇ ਨਾਲ ਆ ਕੇ ਜਦੋਂ ਜੇਲ੍ਹ 'ਚੋਂ ਵਾਪਸ ਆਏ ਨੇ ਤੇ ਉਹਨਾਂ ਨੂੰ ਵੈਲਕਮ ਕੀਤਾ, ਉਹਨਾਂ ਦੇ ਇਸਤਕਬਾਲ ਕੀਤਾ ਹਲਕਾ ਨਿਵਾਸੀਆਂ ਨੇ। ਤੇ ਅੱਜ ਅਸੀਂ ਵਿਸ਼ੇਸ਼ ਤੌਰ ਤੇ ਕੁਝ ਕੁ ਪੰਥਕ ਮੁੱਦਿਆਂ ਦੇ ਤੇ ਕੁਝ ਕੁ ਇਲਾਕੇ ਦੇ ਮੁੱਦਿਆਂ 'ਤੇ ਗੱਲਬਾਤ ਕਰਾਂਗੇ ਜੀ ਬੀਬੀ ਜਗੀਰ ਕੌਰ ਹੋਰਾਂ ਨਾਲ ਕੁਝ ਕੁ ਪਲਾਂ। ਮਾਈ ਰੇਡੀਓ 580 AM ਤੇ ਜਿਵੇਂ ਪਹਿਲਾਂ ਜ਼ਿਕਰ ਕਰ ਚੁੱਕਾ ਕਿ ਵਿਸ਼ੇਸ਼ ਤੌਰ ਤੇ ਅਸੀਂ ਪਹੁੰਚੇ ਹਾਂ ਜੀ ਹਲਕਾ ਭਲੱਥ ਦੇ ਕਸਬਾ ਵੇਗੋਵਾਲ ਵਿੱਚ। ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੇ ਸਥਾਨ ਤੇ ਅਸੀਂ ਇਸ ਵਕਤ ਪਹੁੰਚੇ ਹਾਂ ਜੀ। ਬੀਬੀ ਜਗੀਰ ਕੌਰ ਜੀ ਮੇਰੇ ਨਾਲ ਇਸ ਵਕਤ ਹਾਜ਼ਰ ਨੇ ਜੀ, ਉਹਨਾਂ ਨਾਲ ਕੁਝ ਗੱਲਬਾਤ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਜੀ ਕਿਸ ਤਰ੍ਹਾਂ ਤੁਸੀਂ ਮੁੜ ਕੇ ਕੰਟੈਸਟ ਕਰ ਰਹੇ ਹੋ ਇਲੈਕਸ਼ਨ, ਇੱਕ ਵਾਰ ਨਹੀਂ ਕੀਤੀ, ਕਿਸ ਤਰ੍ਹਾਂ ਇਲਾਕਾ ਕਿਵੇਂ ਫੀਲ ਕਰ ਰਿਹਾ ਜੀ? ਬਹੁਤ ਉਤਸ਼ਾਹ ਜੀ, ਲੋਕਾਂ ਨੂੰ ਬਹੁਤ ਚਾਅ ਵੀ ਹੈ ਔਰ ਉਹਨਾਂ ਦੇ ਮਨ ਵਿੱਚ ਇੱਕ ਬਹੁਤ ਵੱਡੀ ਖਾਸ਼ ਹੈ ਕਿ ਅਸੀਂ ਵੱਡੀ ਜਿੱਤ ਜਿਹੜੀ ਲੈ ਕੇ ਨਿਕਲੀਏ ਔਰ ਬੜੇ ਖੁਸ਼ ਹੈ ਸਾਰੇ, ਬੜਾ ਰਿਲੈਕਸ ਮੂਡ ਵਿੱਚ ਮੈਂ ਜਿਹੜੀ ਇਲੈਕਸ਼ਨ ਲੜ ਰਹੀ ਹਾਂ। ਬਹੁਤ ਵਧੀਆ ਜੀ। ਮੈਂ ਬੜਾ ਪੰਜਾਬ ਘੁੰਮਿਆ ਜੀ, ਉੱਧਰ ਖਾਸ ਕਰਕੇ ਮਾਲਵਾ ਵੀ ਤੇ ਬਹੁਤ ਸਾਰੇ ਸਥਾਨ, ਬਹੁਤ ਇਸ ਕੌਮ ਨੇ ਤਰੱਕੀ ਕੀਤੀ ਹੈ ਜੀ। ਵੇਗੋਵਾਲ ਦਾ ਆਲਾ ਦੁਆਲਾ ਬਿਲਕੁਲ ਇਹ ਦੇਖ ਲਓ ਚੰਡੀਗੜ੍ਹ ਬਣਿਆ ਪਿਆ, ਪਰ ਇਨਫਰਾਸਟਰਕਚਰ ਦੇ ਪੱਖ ਤੋਂ ਅਸੀਂ ਬਹੁਤ ਪਛੜ ਗਏ। ਕਿਹਨੂੰ ਤੁਸੀਂ ਜ਼ਿੰਮੇਵਾਰ ਸਮਝਦੇ ਹੋ ਇਸ ਲਈ ਜੀ? ਇਨਫਰਾਸਟਰਕਚਰ ਮਤਲਬ ਹਲਕੇ ਦਾ? ਹਾਂਜੀ ਬਿਲਕੁਲ। ਦੇਖੋ ਇਨਫਰਾਸਟਰਕਚਰ ਇੱਥੇ ਡਿਵੈਲਪਡ ਹੈ, 10 ਸਾਲ ਅਸੀਂ ਬਹੁਤ ਅੱਛਾ ਸਾਰੀਆਂ ਸੜਕਾਂ ਦਾ, ਗਲੀਆਂ ਨਾਲੀਆਂ ਸਭ ਕੁਝ ਬਣਾਇਆ। ਪਰ ਆਹ 5 ਸਾਲ ਜਿਹੜੇ ਸੀ ਨਾ ਜੀ, ਇਹ 5 ਸਾਲ 'ਚ ਕੁਝ ਸੜਕਾਂ ਸਾਡੀਆਂ ਬਿਲਕੁਲ ਤਬਾਹ ਹੋ ਗਈਆਂ, ਕਿਉਂਕਿ ਬੇਟ ਏਰੀਆ ਕਰਕੇ 5 ਸਾਲ ਬਾਅਦ ਸੜਕਾਂ ਨੂੰ ਦੁਬਾਰਾ ਰਿਪੇਅਰ ਕਰਨਾ ਹੀ ਪੈਂਦਾ। ਪਰ ਉਹ ਰਿਪੇਅਰ ਨਾ ਹੋਣ ਕਰਕੇ ਬਹੁਤ ਵੱਡਾ ਨੁਕਸਾਨ ਹੋਇਆ। ਮੈਂ ਆਸ ਕਰਦੀ ਹਾਂ ਕਿ ਆਉਣ ਵਾਲੇ ਸਮੇਂ 'ਚ ਇਹੋ ਜਿਹੀ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਏਗੀ ਜਿੱਦਾਂ ਪਹਿਲਾਂ ਨਹੀਂ ਆਉਣ ਦਿੱਤੀ ਕਰੀ। ਬੜਾ ਲੰਬਾ ਸਮਾਂ ਜੀ, 1970 ਤੋਂ ਲੈ ਕੇ ਇੱਕ ਮੰਗ ਉੱਠਦੀ ਹੈ ਕਿ ਭਲੱਥ ਦੇ ਦੁਆਲੇ ਇੱਕ ਬਾਈਪਾਸ ਬਣਨਾ ਚਾਹੀਦਾ। ਇੰਨੇ ਸਾਲ ਬੀਤਣ ਤੋਂ ਬਾਅਦ ਵੀ ਬੜੇ ਬੜੇ ਹਾਈਵੇ ਬਣ ਗਏ, ਮੋਗੇ ਨੂੰ ਜਲੰਧਰ ਨਾਲ ਜੋੜਤਾ, ਪਰ ਇੱਕ ਭਲੱਥ ਦਾ ਬਾਈਪਾਸ ਨਹੀਂ ਬਣ ਸਕਿਆ ਜੀ। ਕੀ ਕਾਰਨ ਹੈ? ਕਦੇ ਕਿਸੇ ਨੇ ਜੀ ਇਹ ਮੰਗ ਨਹੀਂ ਕੀਤੀ, ਬਾਹਰੋਂ ਜੋ ਮਰਜ਼ੀ ਕਹੀ ਜਾਈਏ। ਅੱਛਾ ਜੀ। ਜਦੋਂ ਅਸੀਂ ਕਹਿੰਦੇ ਆ ਭਲੱਥ ਵਾਲਿਆਂ ਨੂੰ ਕਿ ਅਸੀਂ ਫਲਾਈਓਵਰ ਬਣਾ ਦਈਏ, ਉਹ ਕਹਿੰਦੇ ਨਹੀਂ, ਬਾਜ਼ਾਰ ਖਰਾਬ ਹੋ ਜਾਂਦਾ। ਜੇ ਅਸੀਂ ਬਾਹਰੋਂ ਦੀ ਕਰਦੇ ਹਾਂ, ਅਜੇ ਕੋਈ ਵੱਡੀ ਪਲਾਨ ਬਣਾਉਣੀ ਪੈਣੀ ਹੈ ਕਿ ਕਿੱਥੋਂ ਦੀ ਜਾਵੇ ਅਸੀਂ, ਕਿਉਂਕਿ ਹੁਣ ਸੜਕ ਨਿਕਲਣੀ ਇੱਥੋਂ ਨਿਕਲ ਰਹੀ ਹੈ ਜਿਹੜੀ ਆ ਜੀ ਜੰਮੂ ਕਸ਼ਮੀਰ ਨੂੰ ਜਾਣੀ ਹੈ, ਦਿੱਲੀ ਤੋਂ ਲੈ ਕੇ ਦਿੱਲੀ ਕਟਰਾ, ਉਹ ਰੋਡ ਜਿਹੜੀ ਵੱਡੀ ਜਾ ਰਹੀ ਹੈ, ਉਹ 6 ਲੇਨ ਜਿਹੜੀ ਬਣਨੀ ਹੈ, ਉਹ ਵੀ ਉੱਥੋਂ ਦੀ ਨੇੜੇ ਨਿਕਲ ਕੇ ਜਾਣੀ ਹੈ, ਮਾਡਲ ਟਾਊਨ ਦਮੂਲੀਆਂ ਦੇ ਕੋਲੋਂ ਦੀ ਨਿਕਲ ਕੇ ਜਾਂਦੀ ਹੈ। ਸੋ ਉਹਨੂੰ ਵੇਖ ਕੇ ਫਿਰ ਦੇਖਾਂਗੇ ਕਿ ਬਾਈਪਾਸ ਜਿਹੜਾ ਕਿੱਥੋਂ ਦੀ ਬਣ ਸਕਦਾ। ਇਹਦੇ ਕੋਈ ਕਿਉਂਕਿ ਰਿਹਾਇਸ਼ ਹੀ ਇੰਨੀ ਹੈ ਕਿ ਉਹਨੂੰ ਰਿਹਾਇਸ਼ ਨੂੰ ਚੁੱਕਣਾ, ਲੋਕਾਂ ਨੂੰ ਫਿਰ ਨਾ ਜਿਹੜਾ ਵੀ ਕੋਈ ਚੋਣ ਲੜਨ ਦਾ ਉਹ ਕਹਿੰਦਾ ਮੇਰਾ ਨੁਕਸਾਨ ਨਾ ਹੋ ਜਾਏ। ਲੋਕ ਵੀ ਕਹਿੰਦੇ ਆ ਕਿ ਉਸ ਵੇਲੇ ਹਾਂ ਹੀ ਨਹੀਂ ਭਰਦੇ, ਬਾਈਪਾਸ ਦੀ ਗੱਲ ਕਰੋ ਤੇ ਛੇਤੀ ਹਾਂ ਹੀ ਨਹੀਂ ਭਰਦੇ। ਸੋ ਕੋਈ ਨਹੀਂ, ਸਮਾਂ ਆਏਗਾ, ਪਰਮਾਤਮਾ ਕਰੇਗਾ, ਅੱਛੀ ਪਲਾਨ ਬਣੇਗੀ ਤੇ ਜ਼ਰੂਰ ਕਰਾਂਗੇ। 5 ਸਾਲ ਬੀਤ ਗਏ ਜੀ, ਪਰ ਪੰਥਕ ਮੁੱਦੇ ਉੱਦਾਂ ਦੇ ਉੱਦਾਂ ਹੀ ਖੜੇ। ਪਾਰਟੀ ਕਿਉਂ ਸਮਰੱਥ ਰਹੀ ਜੀ ਉਹਨਾਂ ਨੂੰ ਐਡਰੈਸ ਕਰਨ 'ਚ? ਕੀ ਕਾਰਨ ਰਿਹਾ ਉਹਦੇ? ਕਿਹੜੇ ਸੰਬੰਧ 'ਚ? ਬਰਗਾੜੀ ਕਾਂਡ ਲਾ ਲਓ, ਤੁਸੀਂ ਨਸ਼ਿਆਂ ਦਾ ਮੁੱਦਾ ਲਾ ਲਓ, ਅੱਜ ਵੀ ਨਾ ਉਸੇ ਤਰ੍ਹਾਂ ਹੀ ਜ਼ਿਕਰ ਪੋਜੀਸ਼ਨ ਕਰਦੀ ਹੈ, ਜਿਹੜੇ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਸਮੇਟ ਦੇਣੇ ਚਾਹੀਦੇ ਸੀ 5 ਸਾਲਾਂ ਦੇ ਵਿੱਚ। ਪਹਿਲਾ ਨੰਬਰ 1 ਤੇ ਹੈ ਕਿ ਨਸ਼ਾ ਜਿਹੜਾ ਵਰਲਡ ਪ੍ਰੋਬਲਮ ਹੈ। ਕੈਨੇਡਾ ਲਾ ਲਓ, ਅਮਰੀਕਾ ਲਾ ਲਓ, ਯੂਰਪ ਲਾ ਲਓ, ਨਸ਼ਾ ਕਿੱਥੇ ਨਹੀਂ ਹੈ, ਨਸ਼ਾ ਹਰ ਥਾਂ ਦੇ ਉੱਤੇ ਹੈ। ਪਰ ਅਫਸੋਸ ਹੈ ਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਕਰਕੇ ਇਹਦਾ ਕਲਚਰ ਬੜਾ ਮਹਾਨ ਹੈ। ਜਦੋਂ ਇਹਨਾਂ ਘਰਾਂ ਦੇ ਵਿੱਚ ਕਿਤੇ ਆਉਂਦਾ ਹੈ ਤੇ ਲੋਕਾਂ ਨੂੰ ਤਕਲੀਫ ਹੁੰਦੀ ਹੈ, ਇਹ 'ਚ ਕੋਈ ਸ਼ੱਕ ਨਹੀਂ। ਪਰ ਕੁਝ ਗੱਲਾਂ ਤੇ ਐਸੀਆਂ ਹੋਈਆਂ ਕਿ ਜਦੋਂ ਪਹਿਲਾਂ ਕਾਂਗਰਸ ਦੇ ਪ੍ਰਧਾਨ ਨੇ, ਰਾਹੁਲ ਗਾਂਧੀ ਨੇ ਆ ਕੇ ਇੱਕਦਮ ਸ਼ੋਸ਼ਾ ਛੱਡ ਦਿੱਤਾ ਕਿ 70% ਨੌਜਵਾਨ ਜਿਹੜੇ ਆ ਉਹ ਨਸ਼ੇ ਵਿੱਚ ਹੈ। ਮੈਂ ਇਸ ਗੱਲ ਨੂੰ ਨਹੀਂ ਮੰਨਦੀ, ਜੋ ਮਰਜ਼ੀ ਕੋਈ ਕਹੀ ਜਾਵੇ। ਅਸੀਂ ਪਿੰਡਾਂ 'ਚ ਜਾਂਦੇ ਹਾਂ, ਅਸੀਂ ਸ਼ਹਿਰਾਂ 'ਚ ਜਾਂਦੇ ਹਾਂ, ਨੌਜਵਾਨਾਂ ਨੇ ਸਾਡੇ ਪੁਲਿਸ ਦੀ ਭਰਤੀ ਹੋਈ, ਹਜ਼ਾਰਾਂ ਬੱਚਿਆਂ ਨੇ ਉਹਦੇ 'ਚ ਐਂਟਰ ਕੀਤਾ ਤੇ ਕਿਸੇ ਡਰੱਗ ਟੈਸਟ ਕੀਤੇ, ਸਭ ਕੁਝ ਕਿਸੇ ਦਾ ਨਹੀਂ ਆਇਆ। ਸੋ ਇਹਦੇ ਨਾਲ ਸਾਡਾ ਬੜਾ ਨੁਕਸਾਨ ਹੋਇਆ ਕਿ ਸਾਡੀ ਨੌਜਵਾਨੀ ਜਿਹੜੀ ਸੀ ਇੱਕਦਮ ਲੋਕਾਂ ਦੇ ਵਿੱਚ ਡੀਫੇਮ ਹੋ ਗਈ, ਲੋਕਾਂ ਦੇ ਵਿੱਚ ਗੱਲ ਚਲੀ ਗਈ ਵੀ ਇਹ ਪਤਾ ਨਹੀਂ ਸਾਰੇ ਨਸ਼ਈ ਹੋ ਗਏ, ਜਿਨ੍ਹਾਂ ਨਾਲ ਵਰਲਡ ਲੈਵਲ ਦੇ ਉੱਤੇ ਧੱਕਾ ਵੱਜਾ। ਪਰ ਜਿਹੜਾ ਮੈਂ ਸਮਝਦੀ ਹਾਂ ਕਿ ਪੁਲਿਸ ਦਾ ਲਾਅ ਐਂਡ ਆਰਡਰ ਫੇਲ ਹੋ ਜਾਣਾ,
ਇਹ 5 ਸਾਲ ਦੇ ਵਿੱਚ ਤੇ ਬਿਲਕੁਲ ਹੀ ਤਬਾਹ ਹੋ ਗਿਆ ਕਿ ਲਾਅ ਐਂਡ ਆਰਡਰ ਨਾਂ ਦੀ ਚੀਜ਼ ਨਹੀਂ ਰਹਿ ਗਈ, ਕਿਉਂਕਿ ਸਰਕਾਰ ਦਾ ਆਪਣਾ ਹੀ ਸਟੇਬਿਲਿਟੀ ਨਾ ਰਹੀ, ਕੋਈ ਕੰਟਰੋਲ ਨਾ ਰਿਹਾ। ਲੀਡਰ ਜਿਹੜੇ ਸੀ ਉਹ ਆਪ ਹੀ ਇਹਦੇ ਵਿੱਚ ਇਨਵੋਲਵ ਹੋ ਗਏ ਕਿ ਫੈਕਟਰੀਆਂ ਜਾਲੀ ਲਾ ਕੇ ਸ਼ਰਾਬਾਂ ਦੀਆਂ ਜਾਲੀ ਸ਼ਰਾਬਾਂ ਬਣਾ ਕੇ ਉਹਨਾਂ ਵੇਚੀਆਂ, ਐਕਸਾਈਜ਼ ਦਾ ਨੁਕਸਾਨ ਕੀਤਾ, ਔਰ ਇੱਥੇ 127 ਬੰਦੇ ਤਰਨ 'ਚ ਮਰ ਗਏ ਸੀ ਪਿਛਲੇ ਸਾਲ 1.5 ਸਾਲ ਪਹਿਲਾਂ। ਸੋ ਇਹ ਸਾਰੀਆਂ ਜਿਹੜੇ ਜਾਲੀ ਨਸ਼ੇ ਸੀਗੇ ਉਹਦੇ ਨਾਲ ਬੜਾ ਵੱਡਾ ਨੁਕਸਾਨ ਹੋਇਆ। ਬਾਕੀ ਜਿਹੜੀ ਬਾਰਡਰ ਏਰੀਆ ਹੋਣ ਕਰਕੇ ਸਾਡਾ ਅਫਗਾਨਿਸਤਾਨ, ਪਾਕਿਸਤਾਨ, ਜੰਮੂ ਕਸ਼ਮੀਰ, ਹਿਮਾਚਲ, ਹਰਿਆਣਾ ਬਹੁਤ ਸਾਰੀਆਂ ਸਟੇਟਾਂ ਲੱਗਦੀਆਂ, ਜਿਹਦੇ ਨਾਲ ਇਹ ਬਾਰਡਰ ਦੇ ਉੱਤੋਂ ਜਦੋਂ ਲੰਘਦੇ ਆ ਨਸ਼ਾ, ਉਹ ਨਸ਼ੇ ਜਿਹੜੇ ਅੱਗੇ ਜਾਂਦੇ ਆ ਫਿਰ ਫੜੇ ਜਾਂਦੇ ਆ। ਉਹਦੇ ਨਾਲ ਬਦਨਾਮੀ ਇਹ ਹੁੰਦੀ ਹੈ ਕਿ ਜਿਹਦਾ ਪੰਜਾਬ 'ਚ ਹੀ ਸਾਰਾ ਨਸ਼ਾ ਆ ਰਿਹਾ ਹੁੰਦਾ, ਬੰਬੇ ਵਰਗੀ ਸਟੇਟ 'ਚ ਜਾਣਾ ਹੁੰਦਾ, ਉਹ ਇੱਥੋਂ ਕਿਉਂਕਿ ਇੱਥੋਂ ਅਫਗਾਨਿਸਤਾਨ, ਪਾਕਿਸਤਾਨ ਤੋਂ ਜਦੋਂ ਆਉਂਦਾ ਉਹ ਅੱਗੇ ਜਾਣਾ ਹੁੰਦਾ, ਉਹ ਫੜਿਆ ਜਾਂਦਾ, ਅਤੇ ਬਦਨਾਮੀ ਪੰਜਾਬ ਦੀ ਜ਼ਿਆਦਾ ਹੁੰਦੀ ਹੈ। ਸੋ ਮੈਂ ਤੇ ਸਰਕਾਰ ਵਿੱਚ ਦੇਖਿਆ ਸੀ ਵੀ ਜਿੰਨਾ ਨਸ਼ਾ ਫੜਿਆ ਗਿਆ ਉਹ ਬਾਹਰ ਜਾਣ ਵਾਲੇ ਸੀ। ਸਿੰਥੈਟਿਕ ਡਰੱਗਸ ਜਿਹੜੇ ਸੀਗੇ ਉਹ ਨੁਕਸਾਨ ਇਸ ਲਈ ਹੋ ਗਿਆ ਕਿ ਕੁਝ ਲੋਕਾਂ ਨੂੰ ਜਦੋਂ ਲੰਘਦਾ ਉਹਦੇ ਵਿੱਚ ਇੱਕ ਇਨਵੋਲਵ ਹੋਇਆ, ਨਾਲ ਦੂਜੇ ਹੋ ਗਏ। ਜਿਸ ਤਰ੍ਹਾਂ ਮੰਨ ਲਓ ਕਿ ਇਹ ਡਰੱਗਸ ਦੇ ਵਿੱਚ ਸਰਦਾਰ ਸੁਖਪਾਲ ਸਿੰਘ ਖਹਿਰੇ ਦੇ ਨਾਂ ਕਿਉਂ ਆਇਆ ਸੀ, ਇਹਦੇ ਸਾਥੀ ਜਿਹੜੇ ਸਨ ਉਹ ਡਰੱਗ ਦੇ ਵਿੱਚ ਫੜੇ ਗਏ, ਉਹਦੇ ਵਿੱਚ ਉਹਨਾਂ 'ਤੇ ਪਰਚੇ ਦਰਜ ਹੋਏ ਔਰ 20 ਸਾਲ ਦੀ ਸਜ਼ਾਵਾਂ ਹੋਈਆਂ। ਉਹਦੇ ਵਿੱਚ ਹੀ ਇਹਨਾਂ ਦਾ ਸੀਗਾ ਕਿ ਇਹ ਸਾਰਾ ਉਹਨਾਂ ਦੇ ਨਾਲ ਇਨਵੋਲਵ ਸੀ। ਸੋ ਇਹ ਸਾਰੀਆਂ ਚੀਜ਼ਾਂ ਜਦੋਂ ਫਿਰ ਆਪਾਂ ਸਾਰਾ ਕੁਝ ਕਹਿ ਦਿੰਦੇ ਹਾਂ ਵੀ ਹਰ ਕੋਈ ਕਹਿੰਦਾ ਮੇਰੇ ਨਾਲ ਧੱਕਾ ਹੋ ਰਿਹਾ, ਜਿਹੜਾ ਵੀ ਇਹ 'ਚ ਇਨਵੋਲਵ ਹੁੰਦਾ ਉਹ ਧੱਕਾ ਹੀ ਕਹਿੰਦਾ, ਕੋਈ ਨਹੀਂ ਕਹਿੰਦਾ ਕਿ ਮੈਂ ਸਹੀ ਕੰਮ ਕੀਤਾ ਜਾਂ ਕਰਾਇਆ। ਮੈਂ ਸਮਝਦੀ ਹਾਂ ਕਿ ਪ੍ਰੋਬਲਮ ਤਾਂ ਹੈ, ਪਰ ਸਰਕਾਰਾਂ ਨੂੰ ਸਖਤ ਹੋਣਾ ਚਾਹੀਦਾ। ਸਰਕਾਰ ਸਖਤ ਹੋਈ ਹੈ, ਪਹਿਲੀ 10 ਸਾਲ ਵਿੱਚ ਵੀ ਉਹ ਬੜੀ ਸਖਤੀ ਕੀਤੀ ਸੀ, ਬਹੁਤ ਸਾਰੇ ਲੋਕਾਂ ਨੂੰ ਫੜਿਆ ਸੀ। ਹੁਣ ਵੀ ਇਹ ਸਰਕਾਰ ਨੇ ਤੇ ਬਿਲਕੁਲ ਸਰਕਾਰ ਹੀ ਫੇਲ ਹੋ ਗਈ, ਸਰਕਾਰ ਨੇ ਕੀਤਾ ਹੀ ਕੱਖ ਨਹੀਂ, ਨਾ ਕੋਈ ਡਿਵੈਲਪਮੈਂਟ, ਨਾ ਕੋਈ ਬੇਰੁਜ਼ਗਾਰੀ ਨੂੰ ਦੂਰ ਨਹੀਂ ਕੀਤਾ, ਜਿਹੜਾ ਕਰ ਨੌਕਰੀ ਦੇਣ ਦਾ ਮਕਸਦ ਸੀਗਾ ਉਹ ਵੀ ਪੂਰਾ ਨਾ ਹੋਇਆ। ਨੌਜਵਾਨ ਜਿਹੜਾ ਸੀਗਾ ਉਹ ਵਿਚਾਰਾ ਫਰਸਟ੍ਰੇਟਡ ਹੋ ਗਿਆ, ਕਿਸੇ ਨਾ ਕਿਸੇ ਪਾਸੇ ਸੋਰਸ ਆਫ ਇਨਕਮ ਲੱਭਦਾ ਫਿਰਦਾ। ਸੋ ਮੈਂ ਸਮਝਦੀ ਹਾਂ ਕਿ ਬਹੁਤ ਨੁਕਸਾਨ ਵੀ ਹੋਇਆ ਪੰਜਾਬ ਦਾ, ਦੇਸ਼ ਦਾ ਵੀ ਹੋਇਆ। ਸਾਨੂੰ ਇਹ ਲਈ ਬਹੁਤ ਚਿੰਤਤ ਹੋਣਾ ਚਾਹੀਦਾ, ਹਰ ਸਰਕਾਰ ਨੂੰ ਹੋਣਾ ਚਾਹੀਦਾ, ਕੋਈ ਵੀ ਹੋਵੇ। ਪਰ ਸਰਕਾਰਾਂ ਜਦੋਂ ਬਣ ਜਾਂਦੀਆਂ ਉਸ ਵੇਲੇ ਫਿਰ ਉਹ ਇੱਕ ਦੂਜੇ ਤੇ ਦੋਸ਼ ਲਵਾ ਕੇ ਇਹ ਤੋਂ ਵੱਧ ਕੁਝ ਨਹੀਂ ਕਰਦੀਆਂ। ਬਿਲਕੁਲ। ਜਿਹੜੀ ਬਰਗਾੜੀ ਦੀ ਕਾਂਡ ਦੀ ਤੁਸੀਂ ਗੱਲ ਕੀਤੀ ਹੈ, ਦੇਖੋ ਉਹ ਬੇਅਦਬੀਆਂ ਤੇ ਉਦੋਂ ਸ਼ੁਰੂ ਹੋ ਗਈਆਂ ਸੀ ਜਦੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਹਮਲਾ ਹੋਇਆ। ਸਭ ਤੋਂ ਵੱਡੀ ਬੇਅਦਬੀ ਜਿਹੜੀ ਸੀ ਨਾ ਜੀ, ਉਹ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਢਹਿ ਢੇਰੀ ਕਰਨਾ, 2500 ਦੇ ਕਰੀਬ ਸਰੂਪਾਂ ਨੂੰ ਅਗਨ ਭੇਟ ਕਰ ਦੇਣਾ, ਨੌਜਵਾਨਾਂ ਨੂੰ ਉੱਥੇ ਜਿਹੜੀ ਸ਼ਰਧਾਲੂ ਸੰਗਤ ਗਈ ਸੀ ਉਹਨੂੰ ਕਤਲ ਕਰਕੇ, ਮਰਡਰ ਉਹਨਾਂ ਦੇ ਕਰਕੇ ਸਰੋਵਰ ਦੇ ਵਿੱਚ ਸੁੱਟ ਦੇਣੇ, ਐਡੇ ਵੱਡੇ ਸਥਾਨ ਦਾ ਵੱਡਾ ਨੁਕਸਾਨ ਕਰਨਾ, ਗੁਰੂ ਗ੍ਰੰਥ ਸਾਹਿਬ ਦੇ ਹਿਰਦੇ ਦੇ ਵਿੱਚ ਗੋਲੀਆਂ ਲੱਗੀਆਂ ਸੀਗੀਆਂ। ਸੋ ਸਭ ਤੋਂ ਵੱਡੀ ਬੇਅਦਬੀ ਜਿਹੜੀ ਸੀ ਉਦੋਂ ਸ਼ੁਰੂ ਹੋਈ ਤੇ ਵੱਡਾ ਨੁਕਸਾਨ ਹੋਇਆ, 84 ਦਾ ਕਤਲੇਆਮ ਵੀ ਹੋਇਆ। ਉਸ ਤੋਂ ਬਾਅਦ ਜਿਹੜਾ ਬਰਗਾੜੀ ਵਿੱਚ ਹੋਇਆ ਉਹਦਾ ਕਿਉਂਕਿ ਸਰਕਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਜੀ ਨੇ ਬੜਾ ਵੱਡਾ ਇਹ ਧੱਕਾ ਸੀਗਾ, ਆਪ ਤੇ ਸਰਕਾਰ ਨਹੀਂ ਸੀ ਕਰਾ ਸਕਦੀ, ਨਾ ਕੋਈ ਪਾਰਟੀ ਕਰਾ ਸਕਦੀ ਸੀ, ਸ਼੍ਰੋਮਣੀ ਅਕਾਲੀ ਦਲ ਦੀ ਪੰਥਕ ਜਮਾਤ ਹੈ। ਪਰ ਕੁਝ ਜਿਹੜੇ ਸ਼ਰਾਰਤੀ ਅਨਸਰਾਂ ਨੇ ਇਹ ਕੰਮ ਕੀਤਾ ਸੀਗਾ, ਉਹਨਾਂ ਦੀਆਂ ਜਿੱਥੇ ਤਾਰਾਂ ਜੁੜ ਰਹੀਆਂ ਸੀ ਅਜੇ ਫੜ ਹੀ ਰਹੇ ਸਨ, ਫੜੇ ਹੀ ਸੀਗੇ, ਅਤੇ ਉਸੇ ਵੇਲੇ ਕੁਝ ਲੋਕਾਂ ਨੇ ਧਰਨੇ ਲਾ ਦਿੱਤੇ ਕਿ ਇਹ ਕੇਸ CBI ਨੂੰ ਦਿੱਤਾ ਜਾਵੇ, ਅਸੀਂ ਸਰਕਾਰ ਕੋਲੋਂ ਨਹੀਂ ਕਰਵਾਉਣਾ। ਉਹ CBI ਕੋ ਕੇਸ ਲੋਕਾਂ ਦੇ ਕਹਿਣ ਦੇ ਉੱਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਭੇਜ ਦਿੱਤਾ, ਅਤੇ ਜਦੋਂ CBI ਕੋ ਗਿਆ ਉਹਨੂੰ ਟਾਈਮ ਬੜਾ ਲੱਗਦਾ, ਉਹ ਸਾਲ ਨਿਕਲ ਗਿਆ, ਅੱਗੇ ਚੋਣ ਆ ਗਈ ਸੀ, ਉਹੀ ਮੁੱਦਾ ਇਹਨਾਂ ਨੇ ਬਣਾਉਣਾ ਸੀ ਔਰ ਚਾਲ ਵੀ ਇਹਨਾਂ ਲੋਕਾਂ ਦੀ ਸੀ। ਜਿਉਂ ਤੋਂ ਲੈ ਕੇ ਕੇਜਰੀਵਾਲ ਇੱਥੇ ਬੜਿਆ, ਸਾਡੇ ਆਪ ਵਾਲੇ ਬੜੇ, ਉਦੋਂ ਤੋਂ ਲੈ ਕੇ ਘਟਨਾਵਾਂ ਸ਼ੁਰੂ ਹੋਈਆਂ 2017 ਤੋਂ ਲੈ ਕੇ 15 ਤੋਂ ਲੈ ਕੇ। ਸੋ ਉਸ ਤੋਂ ਬਾਅਦ 250 ਕੇਸ ਇਸ ਵੇਲੇ ਤੱਕ ਹੋ ਗਿਆ, 250। ਹਾਂਜੀ, ਇਹ ਬੇਅਦਬੀਆਂ ਨਹੀਂ ਹੈਗੀਆਂ, ਇਹ ਵੀ ਬੇਅਦਬੀਆਂ ਨੇ। ਹੁਣ ਸ੍ਰੀ ਹਰਿਮੰਦਰ ਸਾਹਿਬ 'ਚ ਹੋਈ ਹੈ ਉਹ ਵੀ ਬੇਅਦਬੀ ਹੈ। ਸੋ ਇਹ ਕੇਸਗੜ੍ਹ ਸਾਹਿਬ ਹੋਇਆ ਉਹ ਵੀ ਬੇਅਦਬੀ ਹੈ। ਉਹੀ ਇੱਕ ਗੱਲ ਨੂੰ ਸਿਰਫ ਉਦੋਂ ਅਕਾਲੀ ਦਲ ਨੂੰ ਬਦਨਾਮ ਕਰਨਾ ਸੀਗਾ, ਉਹਦਾ ਜ਼ਿਆਦਾ ਚਰਚਾ ਹੋਈ, ਦੁੱਖ ਸਾਨੂੰ ਵੀ ਸੀ, ਦੁੱਖ ਪੀੜਾ ਸਾਨੂੰ ਵੀ ਸੀ ਕਿ ਕਿਉਂ ਹੋਇਆ, ਨਹੀਂ ਹੋਣਾ ਚਾਹੀਦਾ। ਸਾਨੂੰ ਇੰਨਾ ਪਛਤਾਵਾ ਸੀਗਾ ਕਿ ਇਹ ਸਾਡੀ ਸਰਕਾਰ ਦੇ ਸਿਰ ਤੇ ਨਹੀਂ ਮਰਨਾ ਚਾਹੀਦਾ ਸੀ। ਪਰ ਉਦੋਂ ਕਿ ਉਹਨਾਂ ਨੇ ਚਾਲ ਖੇਡੀ, ਨਸ਼ੇ ਤੇ ਬੇਅਦਬੀ, ਹੁਣ ਕੋਈ ਨਹੀਂ ਬੋਲਦਾ। ਜਿਹਨਾਂ ਉਦੋਂ ਧਰਨੇ ਲਾਏ ਸੀ ਹੁਣ ਬੇਅਦਬੀ ਹੁੰਦੀ, ਕੋਈ ਨਹੀਂ ਬੋਲਦਾ। ਹੁਣ ਬੜਾ ਕੁਝ ਹੋ ਰਿਹਾ, ਕੋਈ ਉਹ ਲੋਕ ਜਿਹੜੇ ਧਰਨਿਆਂ 'ਤੇ ਬੈਠੇ ਸੀ ਕੋਈ ਨਹੀਂ ਬੋਲਦੇ। ਸੋ ਇਹਦਾ ਮਤਲਬ ਉਦੋਂ ਚਾਲ ਸੀ ਕਿ ਤੀਜੀ ਵਾਰੀ ਸਰਕਾਰ ਬਣ ਜਾ ਰਹੀ ਸੀ ਡਿਵੈਲਪਮੈਂਟ ਦੇ ਆਧਾਰ ਦੇ ਉੱਤੇ, ਇਹਨੂੰ ਪਿੱਛੇ ਕਿੱਦਾਂ ਕਰਨਾ। ਹੁਣ ਲੋਕੀ ਸਮਝ ਗਏ, ਉਹ ਸਾਰਾ ਕੁਝ ਖਤਮ ਕਰ ਦਿੱਤਾ ਲੋਕਾਂ ਨੇ ਕਿ ਨਹੀਂ, ਉਦੋਂ ਚਾਲ ਹੀ ਸੀਗੀ, ਇਹਨਾਂ ਲੋਕਾਂ ਨੇ ਬਦਨਾਮ ਕਰਨ ਵਾਸਤੇ ਸਰਕਾਰ ਨੂੰ ਆਪਣਾ ਹੋੜ ਬਣਾਉਣਾ ਚਾਹੁੰਦੇ ਸੀ, ਤਾਂ ਕਰਕੇ ਇਹਨਾਂ ਨੇ ਅਕਾਲੀ ਦਲ ਨੂੰ ਨੁਕਸਾਨ ਕੀਤਾ। ਤੁਸੀਂ ਗੱਲ ਛੇੜੀ ਜੀ 84 ਦੀ, ਉਹ ਬੜਾ ਠੀਕ ਹੈ, ਆਪਣੇ ਇੰਦਰਾ ਗਾਂਧੀ ਦਾ ਬਹੁਤ ਵੱਡਾ ਕਸੂਰ ਆ, ਉਹਨੇ ਉਹਦਾ ਖਮਿਆਜ਼ਾ ਭੁਗਤਿਆ। ਪਰ ਕਿਤੇ ਨਾ ਕਿਤੇ ਪ੍ਰਬੰਧਕ ਕਮੇਟੀ, ਤੁਸੀਂ ਪ੍ਰਧਾਨ ਰਹੇ ਹੋ, ਗੁਰਦੁਆਰੇ ਦੀ ਸੇਵਾ ਸੰਭਾਲ ਤੇ ਉਹਨੂੰ ਸੁਰੱਖਿਅਤ ਰੱਖਣਾ
ਕਿਤੇ ਨਾ ਕਿਤੇ ਉਹਨਾਂ ਦਾ ਫਰਜ਼ ਬਣਦਾ। ਕੁਤਾਹੀਆਂ ਤਾਂ ਹਰ ਪਾਸਿਓਂ ਹੋਈਆਂ ਜੀ, ਹੁਣ ਵੀ ਜਿਹੜੀ ਬੇਅਦਬੀ ਹੋ ਰਹੀ ਨਹੀਂ ਰੁਕ ਰਹੀਆਂ। ਕੋਈ ਨਾ ਕੋਈ ਕਿਸੇ ਤਰ੍ਹਾਂ ਦਾ ਸ਼੍ਰੋਮਣੀ ਕਮੇਟੀ ਵੱਲੋਂ ਆਉਣਾ ਚਾਹੀਦਾ ਹੁਕਮ ਕਿ ਆਪਣੇ ਆਪਣੇ ਪਿੰਡ ਦੇ ਗੁਰਦੁਆਰੇ ਜਿਸ ਤਰ੍ਹਾਂ ਦਾ ਪਹਿਰਾ ਲਾਇਆ ਜਾਵੇ ਜਾਂ ਇਸ ਤਰ੍ਹਾਂ ਦੇ ਪ੍ਰਬੰਧ ਕੀਤੇ ਜਾਣ। ਜਾਂ ਇਹ ਬਹੁਤ ਕਿਹਾ ਜਾਂਦਾ ਜੀ, ਸਾਰੀਆਂ ਕਮੇਟੀਆਂ ਨੂੰ ਸੁਚੇਤ ਕੀਤਾ ਜਾਂਦਾ। ਸਾਰੀਆਂ ਕਮੇਟੀਆਂ ਨੂੰ ਕਿਹਾ ਜਾਂਦਾ ਕਿ ਹਰ ਗੁਰਦੁਆਰੇ 'ਚ ਘੱਟੋ ਘੱਟ 2-2 ਸੇਵਾਦਾਰ ਇੰਪਲੋਈ ਰੱਖੋ। ਹਰ ਗੁਰਦੁਆਰੇ 'ਚ 24 ਘੰਟੇ ਸੇਵਾਦਾਰ ਹਾਜ਼ਰ ਹੋਣੇ ਚਾਹੀਦੇ ਹੈ ਔਰ ਪੂਰੇ ਕੈਮਰੇ ਲਵਾਏ ਕਹਿ ਕੇ ਲੋਕਾਂ ਦੇ ਕੋਲੋਂ। ਪਰ ਕਿਉਂਕਿ ਸਾਰੀ ਦੁਨੀਆ ਸਾਨੂੰ ਇਦਾਂ ਨਹੀਂ ਮੰਨਦੀ ਕਿ ਰੱਬ ਦਾ ਹੁਕਮ ਆ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਲੱਖਾਂ ਲੋਕਾਂ ਨੇ ਰੋਜ਼ ਜਾਣਾ, ਲੱਖਾਂ ਦੀ ਐਂਟਰੀ ਹੈ। ਕਿਸੇ ਦੀ ਚੈੱਕਅਪ ਨਹੀਂ ਕੀਤਾ ਜਾ ਸਕਦਾ, ਕਿਸੇ ਨੂੰ ਅਸੀਂ ਤਲਾਸ਼ੀ ਨਹੀਂ ਲੈ ਸਕਦੇ, ਕਿਸੇ ਨੂੰ ਕੁਝ ਨਹੀਂ ਕਰ ਸਕਦੇ। ਇਹ ਤਾਂ ਸੰਗਤਾਂ ਨੂੰ ਜੇ ਥੋੜਾ ਬਹੁਤਾ ਵੀ ਕਿਤੇ ਕਹਿ ਦੇਵੋ, ਉਹ ਕਹਿੰਦੇ ਜੀ ਤੁਸੀਂ ਕੌਣ ਹੋਣੇ ਸਾਨੂੰ ਕਹਿਣ ਵਾਲੇ, ਅਸੀਂ ਗੁਰੂ ਘਰ 'ਚ ਆਏ। ਗੁਰੂ ਘਰ ਵਿੱਚ ਸ਼ਰਧਾ ਨਾਲ ਜਾਣ ਵਾਲੀ ਸੰਗਤ ਨੂੰ ਰੋਕਿਆ ਨਹੀਂ ਜਾ ਸਕਦਾ। ਇਸ ਕਰਕੇ ਉਹਦੇ 'ਚ ਕੋਈ ਸ਼ਰਾਰਤੀ ਲੋਕ ਵੀ ਚਲੇ ਜਾਂਦੇ ਲੱਖਾਂ ਦੇ ਵਿੱਚੋਂ। ਸੋ ਕੰਟਰੋਲ ਕਰਨਾ ਅਸੀਂ ਬਹੁਤ ਕਰੀਦਾ। ਸਾਡੇ ਕੋਲ ਟਾਸਕ ਫੋਰਸਾਂ ਵੀ ਹੈ, ਸੇਵਾਦਾਰ ਵੀ ਹੈ, ਉਹ ਕਰਦੇ ਵੀ ਹੈ ਵਿਚਾਰੇ। ਪਰ ਥੋੜਾ ਬਹੁਤਾ ਜਦੋਂ ਸੰਗਤ ਦੀ ਕੋਈ ਮਾੜੀ ਜੀ ਗੱਲ ਕਰ ਦੋ, ਫਿਰ ਉਹਦੀ ਭਾਵਨਾ ਨੂੰ ਜੋ ਸੱਟ ਵੱਜ ਜਾਂਦੀ, ਫਿਰ ਸਾਡੇ ਵਾਸਤੇ ਬੜੀ ਮੁਸ਼ਕਲ ਹੋ ਜਾਂਦੀ। ਇੱਕ ਸਮਾਂ ਹੁੰਦਾ ਸੀ ਜੀ ਕਿ ਪਿੰਡ ਦੀ ਪੰਚਾਇਤ ਗੁਰਦੁਆਰੇ ਦੇ ਨਾਂ ਤੇ ਜ਼ਮੀਨ ਦਿੰਦੀ ਸੀ, ਫਿਰ ਗੁਰਦੁਆਰਾ ਬਣਦਾ ਸੀ। ਹੁਣ ਤਾਂ ਆਪ ਮੁਹਾਰੇ ਗੁਰਦੁਆਰੇ ਬਣੀ ਜਾਂਦੇ। ਇਹਦਾ ਕੋਈ ਚੈੱਕ ਹੋ ਸਕਦਾ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਐਲਾਨ ਵੀ ਕੀਤਾ ਗਿਆ ਸੀ, ਅਕਾਲ ਤਖ਼ਤ ਸਾਹਿਬ ਵੱਲੋਂ ਵੀ ਐਲਾਨ ਹੈ। ਮੰਨਦੇ ਨਹੀਂ ਲੋਕੀ, ਸੱਚਾਈ ਹੈ। ਉਹਨਾਂ ਨੇ ਕਿਹਾ ਸੀ ਇੱਕ ਪਿੰਡ 'ਚ ਇੱਕ ਗੁਰਦੁਆਰਾ ਹੋਣਾ ਚਾਹੀਦਾ। ਹਾਂਜੀ ਬਿਲਕੁਲ। ਪਰ ਇੱਥੇ ਮਹੱਲਿਆਂ 'ਚ ਬਣ ਗਏ ਨੇ। ਹਾਂਜੀ। ਸ਼੍ਰੋਮਣੀ ਕਮੇਟੀ ਕਿਸੇ ਨੂੰ ਰੋਕ ਕੇ ਢਾਹ ਨਹੀਂ ਸਕਦੀ, ਢਾਹ ਕੇ ਨਹੀਂ ਰੋਕ ਸਕਦੀ। ਜੇ ਗੁਰਦੁਆਰੇ ਨੂੰ ਅਸੀਂ ਢਾਉਣ ਦੀ ਗੱਲ ਕਰਦੇ ਹਾਂ ਜਾਂ ਉਹਨੂੰ ਦੂਸਰੇ ਪਾਸੇ ਕੋਈ ਹੋਰ ਕੰਮ ਲਈ ਲਾਇਬ੍ਰੇਰੀ ਚੇਂਜ ਕਰਨਾ ਚਾਹੁੰਦੇ, ਤਾਂ ਵੀ ਮਹੱਲਿਆਂ ਵਾਲੇ ਨਹੀਂ ਮੰਨਦੇ। ਇਹ ਗੱਲ ਠੀਕ ਹੈ। ਲੋਕਾਂ ਨੇ ਗੁਰਦੁਆਰਿਆਂ ਵਿੱਚ ਬਰਾਦਰੀ ਲੈਵਲ ਦੇ ਉੱਤੇ ਵੰਡ ਪਾ ਲਈ ਹੈ, ਆਪਣੀਆਂ ਕਮਿਊਨਿਟੀ ਲੈਵਲ 'ਤੇ ਵੰਡ ਪਾ ਲਈ ਹੈ, ਜਿਹੜਾ ਕਿ ਸਾਡੇ ਵਾਸਤੇ ਅਫਸੋਸਨਾਕ ਹੈ। ਬਹੁਤ ਨੁਕਸਾਨ ਹੋ ਰਿਹਾ। ਸੰਗਤ ਪਿੰਡਾਂ ਦੀ ਵੰਡੀ ਗਈ ਹੈ। ਸੰਗਤਾਂ ਵਿੱਚ ਜੋ ਉਤਸ਼ਾਹ ਹੋਣਾ ਚਾਹੀਦਾ ਸੀ, ਸਾਰਾ ਪਿੰਡ ਇਕੱਠਾ ਹੋ ਕੇ ਆਪਾਂ ਇੱਕ ਗੁਰਦੁਆਰੇ 'ਚ ਬੈਠੀਏ, ਤਾਂ ਹੀ ਉਹ ਲੋਕਾਂ ਦੀ ਜਿਹੜੀ ਸੀ ਏਕਤਾ ਸੀ। ਅੱਜ ਏਕਤਾ ਵੀ ਤਾਂ ਹੀ ਟੁੱਟੀ ਹੈ। ਵੈਸੇ ਗੁਰੂ ਘਰ ਵਿੱਚ ਵੀ ਜੇ ਇੱਕ ਗੁਰੂ ਘਰ 'ਚ ਪ੍ਰੋਗਰਾਮ ਹੋਵੇ ਦੂਜੇ ਨਹੀਂ ਆਉਂਦੇ, ਜੇ ਦੂਜੇ 'ਚ ਹੋਵੇ ਤੀਜੇ ਨਹੀਂ ਆਉਂਦੇ। ਸੋ ਇਸ ਢੰਗ ਦੇ ਨਾਲ ਨੁਕਸਾਨ ਕੌਮ ਦਾ ਹੋ ਰਿਹਾ। ਸਿੱਖ ਕੌਮ ਨੂੰ ਬਹੁਤ ਇਹਨੂੰ ਸ਼ਿੱਦਤ ਨਾਲ ਸੋਚਣਾ ਚਾਹੀਦਾ। ਇਕੱਲੇ ਸ਼੍ਰੋਮਣੀ ਕਮੇਟੀ ਕੁਛ ਕਵੇ ਤਾਂ ਜਿਹੜੇ ਕੁਝ ਤੇ ਵਿਰੋਧਤਾ ਵਾਸਤੇ ਹੀ ਸਾਡੇ ਖਿਲਾਫ ਹੋ ਜਾਂਦੇ, ਕੁਝ ਵਿਰੋਧਤਾ ਵਾਸਤੇ ਖਿਲਾਫ ਹੋ ਜਾਂਦੇ। ਇੱਕ ਥੋੜਾ ਕੌੜਾ ਸਵਾਲ ਪੁੱਛਣ ਲੱਗਾ ਜੀ, ਇਹ ਜਿਹੜੀ ਬੇਵਾਕੀ ਹੋਈ ਆ ਸਿੱਖ ਕੌਮ ਦੇ ਵਿੱਚ, ਆਪ ਮੁਹਾਰੇ ਹੋ ਗਿਆ ਲੋਕ, ਬਹੁਤ ਲੋਕ ਇਲਜ਼ਾਮ ਲਾਉਂਦੇ ਆ ਕਿ ਜਿਹੜੀ ਮਰਿਆਦਾ ਨੂੰ ਢਾਹ ਲੱਗੀ ਹੈ, ਪੰਥਕ ਮਰਿਆਦਾ ਨੂੰ, ਕਿ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਦੀਆਂ ਨਿਯੁਕਤੀਆਂ ਸਵਾਲਾਂ ਦੇ ਘੇੜੇ 'ਚ ਆ ਗਈਆਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਉਹਨਾਂ ਦੇ ਜਿਹੜੇ ਅਹੁਦੇਕਾਰ ਨੇ, ਉਹਨਾਂ ਦੀਆਂ ਨਿਯੁਕਤੀਆਂ ਆ ਗਈਆਂ ਘੇਰੇ ਦੇ ਵਿੱਚ ਸਵਾਲਾਂ ਦੇ। ਇਹਦਾ ਕਾਰਨ ਤੁਸੀਂ ਮੰਨਦੇ ਹੋ ਕਿ ਲੋਕ ਕੋਲ ਲੱਗਾ ਜੀ ਕਿ ਹੈ ਹੀ ਨਹੀਂ ਕੋਈ, ਸਾਡੇ ਤੇ ਕੋਈ ਚੈੱਕ ਹੀ ਹੈ ਨਹੀਂ ਗਾ, ਤੇ ਉਹਦਾ ਵੀ ਕਾਰਨ ਹੋ ਸਕਦਾ ਕਿ ਲੋਕ ਆਪ ਮੁਹਾਰੇ ਹੋ ਗਏ ਜੀ? ਦੇਖੋ, ਸ਼੍ਰੋਮਣੀ ਕਮੇਟੀ ਦੀ ਚੋਣ ਹੁੰਦੀ ਹੈ, ਸਾਰੇ ਸਿੱਖਾਂ ਦੀਆਂ ਵੋਟਾਂ ਪੈਂਦੀਆਂ। ਸਿੱਖ ਆਪ ਵੋਟ ਪਾ ਕੇ ਆਪਣਾ ਮੈਂਬਰ ਚੁਣ ਕੇ ਭੇਜਦੇ, ਫਿਰ ਮੈਂਬਰ ਇਕੱਠੇ ਹੋ ਕੇ ਪ੍ਰਧਾਨ ਦੀ ਚੋਣ ਕਰਦੇ ਆ। ਜੇ ਕੋਈ ਮੈਂਬਰ ਵੱਖਰੇ ਹੋਣ ਤੇ ਉਹ ਅਲੱਗ ਕੈਂਡੀਡੇਟ ਖੜਾ ਕਰ ਦਿੰਦੇ ਆ। ਉਦੋਂ ਵੀ ਜਦੋਂ ਚੋਣ ਹੋਵੇ, ਜਿਹੜਾ ਕੈਂਡੀਡੇਟ ਚੁਣਿਆ ਜਾਂਦਾ ਉਹ ਪ੍ਰਧਾਨ ਬਣਦਾ। ਇਹ ਵੀ ਗਲਤ ਧਾਰਨਾ ਕਿ ਲੋਕੀ ਕਹਿੰਦੇ ਜੀ ਉੱਥੇ ਇੱਕ ਲਿਫਾਫੇ ਚੋਂ ਨਿਕਲਦਾ ਜੀ, ਇੱਕ ਧਾਰਨਾ, ਇਹ ਧਾਰਨਾ ਬਣਾ ਲਈ ਹੈ ਕਿਉਂਕਿ ਵਿਰੋਧੀਆਂ ਨੂੰ ਇਹ ਚੰਗਾ ਲੱਗਦਾ ਕਿ ਵਿਰੋਧੀਆਂ ਦੇ ਵਿੱਚ ਇਹ ਗੱਲ ਅਸੀਂ ਫੈਲਾਈਏ ਤੇ ਸ਼੍ਰੋਮਣੀ ਕਮੇਟੀ ਦਾ ਨੁਕਸਾਨ ਹੋਵੇ। ਮੈਂ ਇਸ ਗੱਲ ਤੋਂ ਬੜੀ ਦੁਖੀ ਹਾਂ, ਜੇ ਮੈਂ ਪ੍ਰਧਾਨ ਵੀ ਰਹੀ ਹਾਂ, ਮੈਂ ਬਹੁਤ ਦੁਖੀ ਹਾਂ ਕਿ ਲੋਕਾਂ ਨੇ ਕਦੀ ਸ਼੍ਰੋਮਣੀ ਕਮੇਟੀ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਸਾਡੀ ਸੰਸਥਾ ਕਿੰਨੀ ਮਹਾਨ ਹੈ। ਉਹਨੂੰ ਪਤਾ ਹੀ ਨਹੀਂ ਕਿ ਬਣੀ ਕਿੱਦਾਂ, ਇਹਦੀ ਬਣਤਰ ਕੀ ਹੈ, ਇਹ ਕਿਸ ਐਕਟ ਥੱਲੇ ਕੰਮ ਕਰਦੀ ਹੈ, ਇਹਦਾ ਸਿਧਾਂਤ ਕੀ ਹੈ, ਇਹਦਾ ਨਿਯਮ ਕੀ ਹੈ। ਅਸੀਂ ਤੇ ਕੀਰਤਨ ਜਿਹੜਾ ਹਰਿਮੰਦਰ ਸਾਹਿਬ ਚੱਲਦਾ ਹੈ, ਕਈ ਲੋਕਾਂ ਨੂੰ ਇਹ ਵੀ ਮੈਂ ਸੁਣਿਆ ਕਹਿੰਦੇ ਹਰਿਮੰਦਰ ਸਾਹਿਬ ਦਾ ਕੀਰਤਨ ਨਾ ਉਹ ਔਖਾ ਬੜਾ ਹੈ, ਤੇ ਜਿਹੜੇ ਬਾਬੇ ਕਰਦੇ ਆ ਕੀਰਤਨ ਉਹ ਸੌਖਾ ਬੜਾ, ਸਿੱਧੀਆਂ ਧਾਰਨਾ ਉਹ ਸਮਝ ਲੱਗਦੀ। ਹੁਣ ਤੁਸੀਂ ਇਹ ਦੇਖੋ, ਜਿਹੜੇ ਲੋਕਾਂ ਦੀ ਇਹ ਸੋਚ ਹੈ ਉਹ ਕਿੱਥੋਂ ਸਮਝਣਗੇ ਸ਼੍ਰੋਮਣੀ ਕਮੇਟੀ ਦਾ ਕਿੱਡਾ ਮਹਾਨ ਜਿਹੜਾ ਇਤਿਹਾਸ ਹੈ। ਸੋ ਅੱਜ ਬੇਮੁਖ ਹੋਏ ਰਾਮ ਤੇ ਲੱਗਣ ਸਭ ਯੋਗ, ਬਿਲਕੁਲ ਹੈ ਨਾ। ਇਹ ਸਾਰੇ ਜਿਹੜੇ ਹੈ ਵਿਯੋਗ, ਜਿਹੜੇ ਅਸੀਂ ਸਾਰੇ ਕੁਝ ਦੁੱਖ ਲੱਗਦੇ ਨਾ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਇਹ ਰੋਗ ਹੈ ਸਾਡਾ ਕਿ ਅਸੀਂ ਚੁਗਲੀਆਂ ਕਰਨੀਆਂ, ਨਿੰਦਾ ਕਰਨੀ, ਅਸੀਂ ਕਿਸੇ ਦੇ ਖਿਲਾਫ ਬੋਲਣਾ, ਅਸੀਂ ਭੰਡਣਾ, ਇਹੀ ਗੱਲ ਫੜ ਲਈ ਹੈ। ਮੈਨੂੰ ਲੱਗਦਾ ਜਿਹੜੇ ਭੰਡਣ ਵਾਲੇ, ਬੋਲਣ ਵਾਲੇ ਕਈ ਵਾਰੀ ਤਾਂ ਨਿਤਨੇਮੀ ਵੀ ਨਹੀਂ ਹੁੰਦੇ, ਆਪ ਗੁਰਸਿੱਖ ਨਹੀਂ ਹੁੰਦੇ। ਠੀਕ ਹੈ ਗੱਲ, ਆਪ ਸਿੱਖੀ ਸਰੂਪ ਨਹੀਂ ਹੁੰਦਾ ਨਾ। ਮੈਨੂੰ ਲੱਗਦਾ ਬਾਣੀ ਬਹੁਤੇ ਪੜ੍ਹਨ ਵਾਲੇ ਹੁੰਦੀ ਹੈ, ਸਿਰਫ ਉਹਨਾਂ ਨੇ ਸੋਸ਼ਲ ਮੀਡੀਆ ਪਾਉਣਾ ਹੀ ਹੁੰਦਾ ਜੀ, ਉਹਨਾਂ ਦਾ ਕੰਮ ਇੰਨਾ ਹੀ ਹੈ, ਹੋਰ ਕੋਈ ਗੱਲ ਨਹੀਂ ਹੈਗੀ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਵਿਸ਼ ਯੂ ਆਲ ਦ ਬੈਸਟ ਫॉर योर कैंपेन। ਥੈਂਕ ਯੂ ਜੀ।